ਸ੍ਰੀ ਅਕਾਲ ਦੋਸਤੋ, ਅੱਜ ਮੈਂ ਤੁਹਾਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੁਸਤਕ ਵੈਲਕਮ ਲਾਈਫ ਸਵਾਗਤ ਜ਼ਿੰਦਗੀ ਜਮਾਤ 9ਵੀਂ ਦਾ ਪਾਠ ਨੰਬਰ 8 ਸਮਝਾਉਣ ਜਾ ਰਿਹਾ ਹਾਂ। ਪਾਠ ਦਾ ਨਾਮ ਹੈ ਸਮੱਸਿਆ ਦਾ ਹੱਲ। ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪਾਠ ਦਾ ਸਾਰਾਂਸ਼ ਸਮਝਾਵਾਂਗਾ, ਫਿਰ ਮੈਂ ਤੁਹਾਨੂੰ ਇਸ ਦੀ ਐਕਟੀਵਿਟੀਜ਼ ਤੇ ਪ੍ਰਸ਼ਨ ਉੱਤਰ ਸਮਝਾਵਾਂਗਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪਾਠ ਦੇ ਨਾਮ ਦਾ ਅਰਥ ਦੱਸ ਦਿੰਦਾ ਹਾਂ। ਸਮੱਸਿਆ ਦਾ ਹੱਲ ਭਾਵ ਕਿ ਜੇਕਰ ਸਾਨੂੰ ਕੋਈ ਪ੍ਰੋਬਲਮ ਜਾਂ ਪਰੇਸ਼ਾਨੀ ਆਵੇ ਤਾਂ ਉਸ ਨੂੰ ਦੂਰ ਕਿਵੇਂ ਕਰੀਏ, ਉਸ ਦਾ ਸਮਾਧਾਨ ਕਿਵੇਂ ਕਰੀਏ, ਭਾਵ ਕਿ ਆਪਣੀ ਸਮੱਸਿਆ ਨੂੰ ਹੱਲ ਕਿਵੇਂ ਕਰੀਏ। ਤਾਂ ਦੋਸਤੋ, ਮੈਨੂੰ ਉਮੀਦ ਹੈ ਤੁਸੀਂ ਪਾਠ ਦੇ ਨਾਮ ਦੇ ਅਰਥ ਨੂੰ ਸਮਝ ਗਏ ਹੋਵੋਗੇ। ਇਸ ਪਾਠ ਦੇ ਕੁੱਲ 3 ਭਾਗ ਹਨ। ਪਹਿਲਾ ਭਾਗ ਸਮੱਸਿਆ ਨੂੰ ਸਮਝਣਾ, ਭਾਵ ਕਿ ਇਹ ਪਤਾ ਲਗਾਉਣਾ ਕਿ ਅਸਲ ਵਿੱਚ ਸਮੱਸਿਆ ਹੈ ਕੀ, ਉਹ ਕਿਹੜੀ ਗੱਲ ਹੈ ਜੋ ਪਰੇਸ਼ਾਨ ਕਰ ਰਹੀ ਹੈ। ਪਰ ਇੱਥੇ ਧਿਆਨ ਰੱਖਣ ਦੀ ਗੱਲ ਇਹ ਹੈ ਕਿ ਸਮੱਸਿਆ ਉਦੋਂ ਤੱਕ ਹੀ ਸਮੱਸਿਆ ਹੁੰਦੀ ਹੈ ਜਦੋਂ ਤੱਕ ਉਸ ਦਾ ਹੱਲ ਜਾਂ ਸਮਾਧਾਨ ਨਾ ਲੱਭ ਜਾਵੇ। ਭਾਵ ਕਿ ਕੋਈ ਪ੍ਰੋਬਲਮ ਸਦੀਵੀ ਨਹੀਂ ਹੁੰਦੀ, ਉਸ ਦਾ ਕੋਈ ਨਾ ਕੋਈ ਹੱਲ ਜ਼ਰੂਰ ਹੁੰਦਾ ਹੈ। ਇਸ ਭਾਗ ਵਿੱਚ ਸਾਨੂੰ ਇਹ ਦੱਸਿਆ ਗਿਆ ਹੈ ਕਿ ਸਮੱਸਿਆਵਾਂ ਕਈ ਪ੍ਰਕਾਰ ਦੀਆਂ ਹੋ ਸਕਦੀਆਂ ਹਨ, ਭਾਵ ਕਿ ਸਾਡੇ ਦੋਸਤ ਦੁਆਰਾ ਦਿੱਤੀ ਗਈ ਹੋ ਸਕਦੀ ਹੈ, ਸਾਡੀ ਨਿੱਜੀ ਹੋ ਸਕਦੀ ਹੈ, ਘਰੇਲੂ ਹੋ ਸਕਦੀ ਹੈ, ਸਕੂਲ ਦੀ ਹੋ ਸਕਦੀ ਹੈ ਜਾਂ ਸਮਾਜ ਦੀ ਹੋ ਸਕਦੀ ਹੈ। ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਕਿ ਅਸਲ ਦੇ ਵਿੱਚ ਸਮੱਸਿਆ ਹੋ ਕਿੱਥੋਂ ਰਹੀ ਹੈ। ਭਾਗ ਐੜਾ ਸਮੱਸਿਆ ਦਾ ਹੱਲ ਕਰਨ ਦੀ ਤਕਨੀਕ, ਭਾਵ ਕਿ ਕਿਸੇ ਵੀ ਪਰੇਸ਼ਾਨੀ ਨੂੰ ਕਿਹੜੇ ਢੰਗ ਨਾਲ ਦੂਰ ਕੀਤਾ ਜਾਵੇ। ਤੁਹਾਡੇ ਪਾਠ ਵਿੱਚ ਸੇਫ ਹੈਬਿਟਸ ਨਾਂ ਦਾ ਨਿਯਮ ਦੱਸਿਆ ਗਿਆ ਹੈ। ਇਸ ਦੇ ਬਾਰੇ ਮੈਂ ਅੱਗੇ ਵਿਸਥਾਰ ਨਾਲ ਸਮਝਾਵਾਂਗਾ। ਇੱਥੇ ਸਿਰਫ ਇੰਨਾ ਧਿਆਨ ਰੱਖੋ ਕਿ ਸੇਫ ਹੈਬਿਟਸ ਰੂਲ ਅਪਣਾਓ, ਸਮੱਸਿਆ ਨੂੰ ਹਮੇਸ਼ਾ ਲਈ ਦੂਰ ਭਜਾਓ। ਤਾਂ ਇੱਥੇ ਅਸੀਂ ਟੈਕਨੀਕਸ ਦੀ ਗੱਲ ਕਰਾਂਗੇ ਕਿ ਕਿਸੇ ਵੀ ਸਮੱਸਿਆ ਨੂੰ ਕਿਹੜੀ ਟੈਕਨੀਕ ਅਪਣਾ ਕੇ ਦੂਰ ਕੀਤਾ ਜਾਵੇ। ਭਾਗ ਈੜੀ ਸੋਚੋ ਅਤੇ ਹੱਲ ਦਿਓ, ਭਾਵ ਕਿ ਇਸ ਭਾਗ ਵਿੱਚ ਇਹ ਦੱਸਿਆ ਗਿਆ ਹੈ ਕਿ ਕਿਸੇ ਵੀ ਸਮੱਸਿਆ ਨੂੰ ਪਹਿਲਾਂ ਧਿਆਨ ਨਾਲ ਸੋਚੋ, ਫਿਰ ਠੰਡੇ ਦਿਮਾਗ ਨਾਲ ਸ਼ਾਂਤ ਚਿੱਤ ਹੋ ਕੇ ਉਸ ਦਾ ਹੱਲ ਲੱਭੋ। ਇਸ ਭਾਗ ਵਿੱਚ ਕੁਝ ਸਮੱਸਿਆਵਾਂ ਦੇ ਕੇ ਪਾਠ ਵਿੱਚ ਉੱਪਰ ਦਿੱਤੀਆਂ ਤਕਨੀਕਾਂ ਨਾਲ, ਜਿਹੜੀ ਕਿ ਭਾਗ ਐੜਾ ਵਿੱਚ ਹੈ, ਤੁਹਾਨੂੰ ਮੈਂ ਅੱਗੇ ਪੜ੍ਹਾਵਾਂਗਾ, ਉਹਨਾਂ ਟੈਕਨੀਕਸ ਦੇ ਨਾਲ ਹੱਲ ਕਰਨ ਲਈ ਕਿਹਾ ਗਿਆ ਹੈ। ਇਹ ਆਪਾਂ ਕਿਤਾਬ ਵਿੱਚ ਵਿਸਥਾਰ ਨਾਲ ਕਰਾਂਗੇ, ਭਾਵ ਕਿ ਜਿਹੜੇ ਪ੍ਰਸ਼ਨ ਪੁੱਛੇ ਗਏ ਹਨ ਜੀ, ਉਹ ਅਸੀਂ ਪਾਠ ਦੇ ਵਿੱਚੋਂ ਧਿਆਨ ਨਾਲ ਸਮਝਾਂਗੇ। ਤਾਂ ਦੋਸਤੋ, ਮੈਨੂੰ ਉਮੀਦ ਹੈ ਤੁਸੀਂ ਪਾਠ ਦੇ ਨਾਮ ਦੇ ਅਰਥ ਨੂੰ ਸਮਝ ਲਿਆ ਹੋਵੇਗਾ, ਇਸ ਦੇ ਸਾਰ ਅੰਸ਼ ਨੂੰ ਸਮਝ ਲਿਆ ਹੋਵੇਗਾ। ਤੇ ਹੋਰ ਵੀਡੀਓਜ਼ ਪ੍ਰਾਪਤ ਕਰਨ ਲਈ ਮੇਰੇ ਚੈਨਲ ਪਾਲ ਸਟੱਡੀ ਪੁਆਇੰਟ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਹੁਣ ਆਪਾਂ ਇਸ ਦੀ ਐਕਟੀਵਿਟੀਜ਼ ਕਰਾਂਗੇ। ਪਹਿਲਾਂ ਤੁਸੀਂ ਊੜੇ ਭਾਗ ਵਿੱਚ ਸਮੱਸਿਆ ਨੂੰ ਸਮਝਣਾ ਦੇ ਵਿੱਚੋਂ ਇਹ ਵੇਖ ਲਓ ਕਿ ਸਮੱਸਿਆ ਕਿਹੜੀ ਕਿਹੜੀ ਹੋ ਸਕਦੀ ਹੈ ਜੀ। ਇੱਥੇ ਇੱਕ ਚਾਰਟ ਦਿੱਤਾ ਹੈ ਜੀ, ਧਿਆਨ ਨਾਲ ਪੜ੍ਹ ਲੈਣਾ ਹੈ ਜੀ। ਵੀਡੀਓ ਨੂੰ ਪੌਜ਼ ਕਰਕੇ ਦੇਖੋ। ਕੁਝ ਸਮੱਸਿਆਵਾਂ ਦੋਸਤਾਂ ਕਾਰਨ ਦੱਸੀਆਂ ਗਈਆਂ ਹਨ ਜੀ, ਜਿਸ 'ਚ ਧੋਖਾ ਮਿਲਣਾ, ਮਤਲਬੀ ਹੋਣਾ, ਭਾਵ ਕਿ ਹੋਰ ਬਹੁਤ ਸਾਰੀਆਂ। ਫਿਰ ਕੁਝ ਨਿੱਜੀ ਦੱਸੀਆਂ ਗਈਆਂ ਹਨ, ਕੁਝ ਸਮੱਸਿਆਵਾਂ ਘਰ ਦੀ ਦੱਸੀਆਂ ਗਈਆਂ ਹਨ, ਕੁਝ ਸਕੂਲ ਦੀਆਂ ਦੱਸੀਆਂ ਗਈਆਂ ਹਨ ਤੇ ਕੁਝ ਸਮਾਜ ਦੀਆਂ ਦੱਸੀਆਂ ਗਈਆਂ ਹਨ। ਇਹਨਾਂ ਨੂੰ ਪਹਿਲਾਂ ਧਿਆਨ ਨਾਲ ਤੁਸੀਂ ਪੜ੍ਹ ਲੈਣਾ ਹੈ ਜੀ। ਅੱਗੇ ਭਾਗ ਐੜਾ ਵਿੱਚ ਤੁਹਾਨੂੰ ਸਮੱਸਿਆ ਦੇ ਹੱਲ ਕਰਨ ਦੇ ਤਕਨੀਕ ਦੱਸੀ ਗਈ ਹੈ, ਭਾਵ ਕਿ ਤਰੀਕੇ ਦੱਸੇ ਗਏ ਹਨ। ਇੱਥੇ ਜੀ ਸੇਫ ਹੈਬਿਟਸ ਰੂਲ ਦਿੱਤਾ ਗਿਆ ਹੈ ਜੀ, ਜਿਸ ਦੇ ਕੱਲੇ ਅੱਖਰ ਦਾ ਇੱਕ ਮੀਨਿੰਗ ਬਣਦਾ ਹੈ। ਐਸ ਤੋਂ ਬਣਦਾ ਹੈ ਜੀ ਸ਼ੇਅਰ ਵਿਦ ਐਲਡਰਸ, ਵੱਡਿਆਂ ਨਾਲ ਸਾਂਝਾ ਕਰੋ। ਏ ਤੋਂ ਬਣਦਾ ਜੀ ਅਡਾਪਟ ਏ ਹੌਬੀ, ਇੱਕ ਸ਼ੌਂਕ ਅਪਣਾਓ। ਐਫ ਤੋਂ ਬਣਦਾ ਜੀ ਫੋਲੋ ਟਾਈਮ ਟੇਬਲ, ਸਮਾਂ ਸਾਰਣੀ ਦੀ ਪਾਲਣਾ ਕਰੋ। ਈ ਤੋਂ ਬਣਦਾ ਹੈ ਇੰਜੋਏ ਐਵਰੀਡੇ, ਹਰ ਦਿਨ ਦਾ ਆਨੰਦ ਲਓ। ਐਚ ਤੋਂ ਬਣਦਾ ਹੈ ਹੈਲਪ ਐਵਰੀਵਨ, ਹਰ ਕਿਸੇ ਦੀ ਮਦਦ ਕਰੋ। ਏ ਤੋਂ ਬਣਦਾ ਹੈ ਅਵੋਇਡ ਓਵਰ ਯੂਜ਼, ਜ਼ਿਆਦਾ ਵਰਤੋਂ ਤੋਂ ਪਰਹੇਜ਼ ਕਰੋ। ਬੀ ਤੋਂ ਬਣਦਾ ਜੀ ਬੀ ਸਟ੍ਰੈਸ ਫਰੀ, ਤਣਾਅ ਮੁਕਤ ਰਹੋ। ਆਈ ਤੋਂ ਬਣਦਾ ਹੈ ਜੀ ਇਮੇਜਿਨ ਏ ਬੈਟਰ ਲਾਈਫ, ਬਿਹਤਰ ਜ਼ਿੰਦਗੀ ਦੀ ਕਲਪਨਾ ਕਰੋ। ਟੀ ਤੋਂ ਬਣਦਾ ਹੈ ਟੇਕ ਏ ਬ੍ਰੇਕ, ਛੁੱਟੀ ਲਓ। ਐਸ ਤੋਂ ਬਣਦਾ ਹੈ ਸੈਲਫ ਰਿਅਲਾਈਜੇਸ਼ਨ, ਸਵੈ ਬੋਧ ਕਰੋ, ਭਾਵ ਕਿ ਆਪਣੇ ਆਪ ਨੂੰ ਜਾਣੋ। ਤਾਂ ਦੋਸਤੋ, ਮੈਨੂੰ ਉਮੀਦ ਹੈ ਤੁਸੀਂ ਸੇਫ ਹੈਬਿਟਸ ਰੂਲ ਦਾ ਮੀਨਿੰਗ ਸਮਝ ਗਏ ਹੋਵੋਗੇ। ਅੱਗੇ ਇਸ ਬਾਰੇ ਵਿਸਤਾਰ ਨਾਲ ਦੱਸਿਆ ਗਿਆ ਹੈ, ਜਿਸ ਵਿੱਚ ਥਾਂ ਥਾਂ ਤੇ ਪ੍ਰਸ਼ਨ ਵੀ ਪੁੱਛੇ ਗਏ ਹਨ। ਹੁਣ ਮੈਂ ਤੁਹਾਨੂੰ ਇਸ ਦੇ ਪ੍ਰਸ਼ਨ ਸਮਝਾਵਾਂਗਾ। ਪਹਿਲਾ ਪ੍ਰਸ਼ਨ, ਤੁਸੀਂ ਸਭ ਤੋਂ ਵੱਧ ਵਿਸ਼ਵਾਸ ਕਿਸ ਦੇ ਉੱਪਰ ਕਰਦੇ ਹੋ, ਭਾਵ ਕਿ ਤੁਸੀਂ ਸਭ ਤੋਂ ਜ਼ਿਆਦਾ ਫੇਥ ਕਿਸ ਉੱਪਰ ਕਰਦੇ ਹੋ। ਤਾਂ ਜੀ ਇੱਥੇ ਅਲੱਗ-ਅਲੱਗ ਜਵਾਬ ਹੋ ਸਕਦੇ ਹਨ ਜੀ। ਮੈਂ ਲਿਖਿਆ ਜੀ ਆਪਣੇ ਮਾਤਾ ਪਿਤਾ ਉੱਪਰ। ਤੁਸੀਂ ਇੱਥੇ ਪਰਮਾਤਮਾ ਉੱਪਰ ਵੀ ਲਿਖ ਸਕਦੇ ਹੋ, ਆਪਣੇ ਕਿਸੇ ਦੋਸਤ ਉੱਪਰ ਵੀ ਲਿਖ ਸਕਦੇ ਹੋ, ਆਪਣੇ ਅਧਿਆਪਕ ਉੱਪਰ ਵੀ ਲਿਖ ਸਕਦੇ ਹੋ, ਭਾਵ ਕਿ ਇਹ ਟੋਟਲੀ ਤੁਹਾਡੇ 'ਤੇ ਡਿਪੈਂਡ ਪ੍ਰਸ਼ਨ ਦਾ ਜਵਾਬ ਆਉਣਾ ਚਾਹੀਦਾ ਹੈ ਜੀ। ਜ਼ਰੂਰੀ ਨਹੀਂ ਕਿ ਮੇਰਾ ਹੀ ਜਵਾਬ ਲਿਖਣਾ ਹੈ। ਅੱਗੇ ਹੈ ਜੀ ਆਪਣੀ ਕੋਈ ਸਮੱਸਿਆ ਉਹਨਾਂ ਨਾਲ ਸਾਂਝੀ ਕਰੋ ਅਤੇ ਆਪਣਾ ਤਜਰਬਾ ਬਿਆਨ ਕਰੋ, ਭਾਵ ਕਿ ਜਿਸ 'ਤੇ ਤੁਸੀਂ ਸਭ ਤੋਂ ਜ਼ਿਆਦਾ ਵਿਸ਼ਵਾਸ ਕਰਦੇ ਹੋ ਉਸ ਨਾਲ ਆਪਣੀ ਸਮੱਸਿਆ ਨੂੰ ਸਾਂਝਾ ਕਰਨਾ ਹੈ ਜੀ। ਤਾਂ ਮੈਂ ਇੱਥੇ ਲਿਖਿਆ ਜੀ ਜਦੋਂ ਮੇਰੇ ਅੰਗਰੇਜ਼ੀ ਦੇ ਟੈਸਟ ਵਿੱਚ ਘੱਟ ਨੰਬਰ ਆਏ ਸੀ ਤਾਂ ਮੈਂ ਬਹੁਤ ਪਰੇਸ਼ਾਨ ਹੋ ਗਿਆ ਸੀ, ਪਰ ਜਦੋਂ ਮੈਂ ਆਪਣੀ ਸਮੱਸਿਆ ਆਪਣੇ ਮਾਤਾ ਪਿਤਾ ਨਾਲ ਸਾਂਝੀ ਕੀਤੀ ਤਾਂ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਅਤੇ ਪੱਕੇ ਪੇਪਰਾਂ ਲਈ ਤਿਆਰੀ ਕਰਨ ਦੀ ਸੇਧ ਦਿੱਤੀ। ਨਤੀਜੇ ਵਜੋਂ ਮੈਂ ਪੱਕੇ ਪੇਪਰਾਂ ਵਿੱਚ ਚੰਗੇ ਨੰਬਰਾਂ ਨਾਲ ਪਾਸ ਹੋ ਗਿਆ।
ਤਾਂ ਦੋਸਤੋ ਇਸ ਉਦਾਹਰਣ ਤੋਂ ਇਹ ਸਾਬਤ ਹੁੰਦਾ ਹੈ ਕਿ ਸਾਨੂੰ ਆਪਣੀ ਸਮੱਸਿਆ ਆਪਣੇ ਤੋਂ ਵੱਡਿਆਂ ਨਾਲ, ਭਾਵ ਜਿਸ ਤੇ ਅਸੀਂ ਵਿਸ਼ਵਾਸ ਕਰਦੇ ਹਾਂ, ਉਸ ਨਾਲ ਸ਼ੇਅਰ ਕਰਨਾ ਚਾਹੀਦਾ ਹੈ। ਉਹ ਸਾਨੂੰ ਜ਼ਰੂਰ ਕੋਈ ਨਾ ਕੋਈ ਜਵਾਬ ਉਸ ਦਾ ਲੱਭ ਕੇ ਦੇਣਗੇ। ਤਾਂ ਇੱਥੇ ਤੁਸੀਂ ਆਪਣੇ ਮੁਤਾਬਕ ਕੋਈ ਵੀ ਹੋਰ ਵੀ ਜਵਾਬ ਭਰ ਸਕਦੇ ਹੋ, ਤੁਹਾਡਾ ਉਹ ਜਵਾਬ ਗਲਤ ਨਹੀਂ ਮੰਨਿਆ ਜਾਵੇਗਾ। ਅਗਲੀ ਐਕਟੀਵਿਟੀ ਫੋਲੋ ਟਾਈਮ ਟੇਬਲ ਭਾਗ ਦੇ ਵਿੱਚੋਂ ਇੱਥੇ ਲਿਖਿਆ ਜੀ ਮੇਰੀ ਸਮਾਂ ਸਾਰਣੀ। ਤਾਂ ਦੋਸਤੋ ਇਹ ਸਮਾਂ ਸਾਰਣੀ ਤੁਸੀਂ ਆਪਣੇ ਮੁਤਾਬਕ ਭਰਨੀ ਹੈ, ਭਾਵ ਕਿ ਟਾਈਮ ਟੇਬਲ ਬਣਾਉਣਾ ਹੈ ਜੀ। ਸੋਮਵਾਰ ਭਾਵ ਕਿ ਤੁਸੀਂ ਲਿਖੋਗੇ ਜੀ ਮੈਂ ਸਵੇਰੇ 6 ਵਜੇ ਉੱਠਾਂਗਾ, 6 ਤੋਂ 7 ਪੜ੍ਹਾਈ ਕਰਾਂਗਾ, ਫਿਰ ਸਕੂਲ ਲਈ ਤਿਆਰ ਹੋਵਾਂਗਾ, ਫਿਰ ਮੈਂ ਸਕੂਲ 'ਚ ਪੜ੍ਹਾਈ ਕਰਾਂਗਾ, ਫਿਰ ਸਕੂਲ ਤੋਂ ਆ ਕੇ ਮੈਂ ਥੋੜ੍ਹੀ ਦੇਰ ਖੇਡਾਂਗਾ, ਫਿਰ ਮੈਂ ਥੋੜ੍ਹੀ ਦੇਰ TV ਦੇਖਾਂਗਾ ਜਾਂ ਮੋਬਾਈਲ ਚਲਾਵਾਂਗਾ, ਫਿਰ ਮੈਂ ਪੜ੍ਹਾਈ ਲਈ ਬੈਠ ਜਾਵਾਂਗਾ, ਫਿਰ ਸਮੇਂ ਸਿਰ ਸੋ ਜਾਵਾਂਗਾ। ਇਸ ਤਰ੍ਹਾਂ ਕਰਕੇ ਤੁਸੀਂ ਆਪਣਾ ਟਾਈਮ ਟੇਬਲ ਲਿਖਣਾ ਹੈ, ਜੋ ਕਿ ਤੁਹਾਡਾ ਰਿਪੀਟ ਵੀ ਹੋ ਸਕਦਾ ਹੈ, ਭਾਵ ਕਿ ਸੋਮਵਾਰ ਨੂੰ ਵੀ ਇਹੀ, ਮੰਗਲਵਾਰ ਨੂੰ ਵੀ, ਬੁੱਧਵਾਰ ਨੂੰ ਵੀ, ਪਰ ਕੋਈ ਦਿਨ ਇਹੋ ਜਿਹਾ ਹੋਏਗਾ ਜਿਸ 'ਚ ਥੋੜਾ ਅਲੱਗ ਹੋਏਗਾ। ਜਿਵੇਂ ਕਿ ਭਾਵ ਕਿ ਉਹ ਤੁਸੀਂ ਵਿਸ਼ੇਸ਼ ਨੋਟ ਦੇ ਵਿੱਚ ਲਿਖ ਦੇਣਾ। ਜਿਵੇਂ ਮੈਂ ਲਿਖਿਆ ਜੀ ਐਤਵਾਰ ਨੂੰ ਪਰਿਵਾਰ ਨਾਲ ਬਾਹਰ ਘੁੰਮਣ ਜਾਵਾਂਗਾ, ਭਾਵ ਕਿ ਮੈਂ ਆਪਣੇ ਮਾਤਾ ਪਿਤਾ ਨਾਲ ਕਿਸੇ ਥਾਂ ਦੀ ਸੈਰ ਕਰਨ ਲਈ ਜਾਵਾਂਗਾ ਜਾਂ ਕਿਸੇ ਹੋਟਲ ਵਿੱਚ ਜਾਵਾਂਗਾ ਜਾਂ ਖਾਣਾ ਖਾਣ ਲਈ ਜਾਵਾਂਗਾ, ਕੁਝ ਵੀ ਲਿਖ ਸਕਦੇ ਹੋ। ਤੇ ਡਾਇਰੀ ਦੇ ਵਿੱਚ ਹੋ ਗਿਆ ਜੀ ਤੁਹਾਡਾ ਰੋਜ਼ਾਨਾ ਲਿਖਾਂਗਾ, ਭਾਵ ਕਿ ਜੋ ਵੀ ਤੁਸੀਂ ਕਰਦੇ ਹੋ ਜੀ ਆਪਣੀ ਡਾਇਰੀ ਦੇ ਵਿੱਚ ਉਸ ਨੂੰ ਨੋਟ ਕਰੋਗੇ। ਤਾਂ ਮੈਨੂੰ ਉਮੀਦ ਹੈ ਤੁਸੀਂ ਇਹ ਟਾਈਮ ਟੇਬਲ ਆਪਣੇ ਆਪ ਤਿਆਰ ਕਰ ਲਓਗੇ। ਅਗਲੇ ਪ੍ਰਸ਼ਨ ਇੰਜੋਏ ਐਵਰੀਡੇ ਭਾਗ ਦੇ ਵਿੱਚੋਂ ਇੱਥੇ ਲਿਖਿਆ ਜੀ ਊੜਾ ਉਹਨਾਂ 4 ਲੋਕਾਂ ਦੇ ਨਾਂ ਲਿਖੋ ਜਿਨ੍ਹਾਂ ਬਾਰੇ ਸੋਚ ਕੇ ਤੁਹਾਨੂੰ ਖੁਸ਼ੀ ਮਿਲਦੀ ਹੈ, ਭਾਵ ਕਿ ਤੁਸੀਂ ਆਪਣੇ ਵਿਆਹ ਤੇ ਕੋਈ ਵੀ 4 ਨਾਮ ਲਿਖ ਦਿਓ, ਜਿਹਦੇ ਵਿੱਚ ਤੁਹਾਡੇ ਮਾਤਾ ਪਿਤਾ ਦਾ ਨਾਮ ਵੀ ਹੋ ਸਕਦਾ ਹੈ, ਤੁਹਾਡੇ ਅਧਿਆਪਕ ਦਾ ਨਾਮ ਵੀ ਹੋ ਸਕਦਾ ਹੈ, ਕਿਸੇ ਦੋਸਤ ਦਾ ਨਾਮ ਵੀ ਹੋ ਸਕਦਾ ਹੈ, ਵੱਡੇ ਵੀਰ ਜਾਂ ਭੈਣ ਦਾ ਨਾਮ ਹੋ ਸਕਦਾ ਹੈ, ਜਾਂ ਕਿਸੇ ਰਿਸ਼ਤੇਦਾਰ ਦਾ ਨਾਮ ਵੀ ਹੋ ਸਕਦਾ ਹੈ। ਤੁਸੀਂ ਆਪ ਲਿਖ ਲੈਣੇ ਹਨ। ਭਾਗ ਐੜਾ ਅਜਿਹੀਆਂ 2 ਗੱਲਾਂ ਬਾਰੇ ਲਿਖੋ ਜਿਨ੍ਹਾਂ ਬਾਰੇ ਸੋਚ ਕੇ ਤੁਹਾਨੂੰ ਖੁਸ਼ੀ ਮਿਲਦੀ, ਭਾਵ ਕਿ ਕੋਈ ਅਜਿਹੇ ਵਧੀਆ ਕੰਮ ਜਾਂ ਕੋਈ ਇਹੋ ਜਿਹੀ ਘਟਨਾ ਹੋਈ ਹੋਵੇ ਜਿਸ ਨੂੰ ਪੜ੍ਹਨ ਤੋਂ ਬਾਅਦ ਜਾਂ ਉਸ ਨੂੰ ਯਾਦ ਕਰਨ ਤੋਂ ਬਾਅਦ ਤੁਹਾਨੂੰ ਖੁਸ਼ੀ ਮਿਲਦੀ ਹੋਵੇ। ਤਾਂ ਮੈਂ ਲਿਖਿਆ ਜੀ ਨੰਬਰ ਊੜਾ ਜਦੋਂ ਮੈਂ ਆਪਣੇ ਮਾਤਾ ਪਿਤਾ ਨਾਲ ਤਾਜ ਮਹਿਲ ਵੇਖਣ ਗਿਆ ਸੀ, ਭਾਵ ਕਿ ਜਦੋਂ ਮੈਂ ਗਰਮੀ ਦੀ ਛੁੱਟੀਆਂ ਵਿੱਚ ਆਪਣੇ ਮਾਤਾ ਪਿਤਾ ਨਾਲ ਤਾਜ ਮਹਿਲ ਦੇਖਣ ਗਿਆ ਸੀ, ਅੱਜ ਵੀ ਮੈਂ ਜਦੋਂ ਸੀਨ ਨੂੰ ਯਾਦ ਕਰਦਾ ਹਾਂ ਤਾਂ ਮੈਨੂੰ ਬੜੀ ਖੁਸ਼ੀ ਮਿਲਦੀ ਹੈ। ਨੰਬਰ 2 ਤੇ ਜਦੋਂ ਮੈਨੂੰ ਦੌੜਾਂ ਵਿੱਚ ਪਹਿਲੇ ਨੰਬਰ ਤੇ ਆਉਣ ਕਰਕੇ ਇਨਾਮ ਮਿਲਿਆ ਸੀ, ਭਾਵ ਕਿ ਜਦੋਂ ਮੈਂ ਸਕੂਲ ਵਿੱਚ ਦੌੜਾਂ ਵਿੱਚ ਭਾਗ ਲਿਆ ਸੀ ਤਾਂ ਮੈਂ ਪਹਿਲੇ ਨੰਬਰ ਤੇ ਆਇਆ ਸੀ ਤੇ ਮੈਨੂੰ ਇਨਾਮ ਮਿਲਿਆ ਸੀ। ਉਹ ਸੀਨ ਜਦੋਂ ਮੈਨੂੰ ਯਾਦ ਆਉਂਦਾ ਹੈ ਤਾਂ ਮੈਨੂੰ ਬੜੀ ਖੁਸ਼ੀ ਮਿਲਦੀ ਹੈ। ਅੱਗੇ ਜੀ ਅਗਲੀ ਐਕਟੀਵਿਟੀ ਭਾਗ 5 ਦੇ ਵਿੱਚੋਂ ਹੈਲਪ ਐਵਰੀਵਨ, ਭਾਵ ਕਿ ਹਰ ਕਿਸੇ ਦੀ ਮਦਦ ਕਰੋ। ਇੱਥੇ ਦੱਸਿਆ ਗਿਆ ਹੈ ਜੀ ਪਿਛਲੇ 2 ਅਜਿਹੀਆਂ ਘਟਨਾਵਾਂ ਬਾਰੇ ਸੋਚੋ ਅਤੇ ਲਿਖੋ ਜਦੋਂ ਤੁਸੀਂ ਕਿਸੇ ਦੀ ਮਦਦ ਕੀਤੀ ਹੋਵੇ ਜਾਂ ਕਿਸੇ ਨੇ ਤੁਹਾਡੀ ਮਦਦ ਕੀਤੀ ਹੋਵੇ, ਭਾਵ ਕਿ ਇੱਥੇ ਤੁਸੀਂ ਉਹ ਘਟਨਾ ਯਾਦ ਕਰਨੀ ਹੈ ਜਦੋਂ ਕਿਸੇ ਨੇ ਤੁਹਾਡੀ ਮਦਦ ਕੀਤੀ ਸੀ ਜਾਂ ਤੁਸੀਂ ਕਿਸੇ ਦੀ ਮਦਦ ਕੀਤੀ ਸੀ। ਤਾਂ ਮੈਂ ਇੱਥੇ ਲਿਖਿਆ ਜੀ ਨੰਬਰ 1 ਪਿਛਲੇ ਮਹੀਨੇ ਮੇਰੇ ਦੋਸਤ ਨੇ ਮੇਰੀ ਸਕੂਲ ਦੀ ਫੀਸ ਭਰਨ ਲਈ ਮੈਨੂੰ ਪੈਸੇ ਦਿੱਤੇ ਸਨ, ਭਾਵ ਕਿ ਉਸਨੇ ਮੇਰੀ ਮਦਦ ਕੀਤੀ ਸੀ। ਤੁਸੀਂ ਇੱਥੇ ਹੋਰ ਵੀ ਬਹੁਤ ਸਾਰੀਆਂ ਲਿਖ ਸਕਦੇ ਹੋ, ਭਾਵ ਕਿ ਮੇਰੇ ਦੋਸਤ ਦੀ ਜਦੋਂ ਸਾਈਕਲ ਖਰਾਬ ਹੋ ਗਈ ਸੀ ਤਾਂ ਮੈਂ ਉਸ ਦੀ ਮਦਦ ਕੀਤੀ ਸੀ ਜਾਂ ਉਸਨੇ ਮੇਰੀ ਮਦਦ ਕੀਤੀ ਸੀ। ਨੰਬਰ 2 ਤੇ ਮੈਂ ਲਿਖਿਆ ਜੀ ਜਦੋਂ ਮੇਰੇ ਮਿੱਤਰ ਦਾ ਪੈਨ ਗੁੰਮ ਗਿਆ ਸੀ ਤਾਂ ਮੈਂ ਉਸ ਨੂੰ ਪੈਨ ਦਿੱਤਾ ਸੀ। ਤਾਂ ਇੱਥੇ ਮੈਂ ਇੱਕ ਉਦਾਹਰਨ ਮਦਦ ਲੈਣ ਦੀ ਲਿਖੀ ਹੈ ਜੀ, ਇੱਕ ਉਦਾਹਰਨ ਮਦਦ ਦੇਣ ਦੀ ਲਿਖੀ ਹੈ। ਤੁਸੀਂ ਆਪਣੇ ਵਿਆਹ ਤੇ ਇੱਥੇ 2, 3 ਜਾਂ 4 ਵੀ ਲਿਖ ਸਕਦੇ ਹੋ। ਅਗਲਾ ਪ੍ਰਸ਼ਨ ਅਵੋਇਡ ਓਵਰਯੂਜ਼, ਜ਼ਿਆਦਾ ਵਰਤੋਂ ਤੋਂ ਪਰਹੇਜ਼ ਭਾਗ ਵਿੱਚੋਂ। ਹੋ ਸਕਦਾ ਹੈ ਆਪਣੇ ਦਿਨ ਦਾ ਜ਼ਿਆਦਾ ਸਮਾਂ ਤੁਸੀਂ ਮੋਬਾਈਲ ਫੋਨ ਤੇ ਸੋਸ਼ਲ ਮੀਡੀਆ ਤੇ ਬਿਤਾਉਂਦੇ ਹੋ ਤਾਂ ਕਿਉਂ, ਜੇ ਨਾ ਤਾਂ ਕਿਉਂ, ਭਾਵ ਕਿ ਜੇਕਰ ਤੁਸੀਂ ਜ਼ਿਆਦਾ ਸਮਾਂ ਮੋਬਾਈਲ ਤੇ ਬਿਤਾਉਂਦੇ ਹੋ ਤਾਂ ਕਿਉਂ ਬਿਤਾਉਂਦੇ ਹੋ, ਜੇ ਨਹੀਂ ਬਿਤਾਉਂਦੇ ਤਾਂ ਕਿਉਂ ਨਹੀਂ ਬਿਤਾਉਂਦੇ। ਮੈਂ ਇਸ ਦੇ ਜਵਾਬ ਦੋਨੋਂ ਤਰੀਕਿਆਂ ਨਾਲ ਦੇ ਦਿੱਤੇ ਹਨ। ਹਾਂ, ਕਿਉਂਕਿ ਇਸ ਨਾਲ ਸਾਡੇ ਗਿਆਨ ਵਿੱਚ ਵਾਧਾ ਹੁੰਦਾ ਹੈ, ਇਹ ਤਾਂ ਸਾਨੂੰ ਇਹਦਾ ਲਾਭ ਹੋ ਗਿਆ ਜੀ। ਨਹੀਂ, ਕਿਉਂਕਿ ਇਸ ਨਾਲ ਸਾਡਾ ਸਮਾਂ ਬਰਬਾਦ ਹੁੰਦਾ ਹੈ, ਭਾਵ ਕਿ ਸਾਨੂੰ ਇਹਨਾਂ ਚੀਜ਼ਾਂ ਦੀ ਵਰਤੋਂ ਇੱਕ ਲਿਮਟ ਦੇ ਵਿੱਚ ਕਰਨੀ ਚਾਹੀਦੀ ਹੈ, ਟਾਈਮ ਟੇਬਲ ਦੇ ਅਕੋਰਡਿੰਗ ਕਰਨੀ ਚਾਹੀਦੀ ਹੈ। ਇਸ ਦੇ ਫਾਇਦੇ ਵੀ ਹਨ ਅਤੇ ਨੁਕਸਾਨ ਵੀ ਹਨ। ਜੇਕਰ ਅਸੀਂ ਸਾਰਾ ਦਿਨ ਮੋਬਾਈਲ ਚਲਾਈ ਜਾਵਾਂਗੇ ਤਾਂ ਸਾਡੀਆਂ ਅੱਖਾਂ ਦੀ ਰੋਸ਼ਨੀ ਘੱਟ ਹੋ ਜਾਵੇਗੀ ਅਤੇ ਹੋਰ ਸਮਾਂ ਬਰਬਾਦ ਹੋਏਗਾ ਅਤੇ ਕਈ ਬਿਮਾਰੀਆਂ ਵੀ ਲੱਗ ਜਾਣਗੀਆਂ। ਪਰੰਤੂ ਜੇਕਰ ਅਸੀਂ ਟਾਈਮ ਟੇਬਲ ਦੇ ਅਕੋਰਡਿੰਗ ਕਰਾਂਗੇ ਤਾਂ ਅਸੀਂ ਇਸ ਦੇ ਲਾਭ ਦਾ ਲਾਹਾ ਲੈ ਸਕਦੇ ਹਾਂ। ਅਗਲੀ ਸਮੱਸਿਆਵਾਂ ਜੀ ਸੋਚੋ ਅਤੇ ਹੱਲ ਦਿਓ ਭਾਗ ਦੇ ਵਿੱਚ ਆਪਣੇ ਤਜਰਬੇ ਅਤੇ ਪਾਠ ਵਿੱਚ ਦਿੱਤੀ ਤਕਨੀਕ ਦੇ ਆਧਾਰ ਤੇ ਹੇਠ ਲਿਖੀਆਂ ਸਮੱਸਿਆਵਾਂ ਨੂੰ ਸੁਲਝਾਓ। ਨੰਬਰ ਊੜਾ ਸੀਰਤ ਬਹੁਤ ਦਿਨਾਂ ਤੋਂ ਉਦਾਸ ਹੈ ਅਤੇ ਚਿੰਤਤ ਹੈ, ਕਿਸੇ ਵੀ ਕੰਮ ਵਿੱਚ ਉਸਦਾ ਜੀ ਨਹੀਂ ਲੱਗ ਰਿਹਾ, ਕੋਈ ਅਜਿਹੀ ਸਮੱਸਿਆ ਵਿੱਚ ਫਸਿਆ ਹੋਇਆ ਹੈ ਜਿਸ ਬਾਰੇ ਉਹ ਕਿਸੇ ਨਾਲ ਵੀ ਗੱਲ ਨਹੀਂ ਕਰ ਸਕਦਾ। ਉਸ ਨੂੰ ਇੱਕ ਮੁਸ਼ਕਲ ਵਿੱਚ ਨਿਕਲਣ ਲਈ ਤੁਸੀਂ ਕੀ ਕਰ ਸਕਦੇ ਹੋ, ਭਾਵ ਕਿ ਇਸ ਮੁਸ਼ਕਲ ਵਿੱਚੋਂ ਬਾਹਰ ਕੱਢਣ ਲਈ ਤੁਸੀਂ ਕੀ ਕਰ ਸਕਦੇ ਹੋ। ਤਾਂ ਇਸ ਦਾ ਜਵਾਬ ਬਣਦਾ ਹੈ ਮੈਂ ਉਸ ਨਾਲ ਬੜੇ ਪਿਆਰ ਅਤੇ ਸਨੇਹ ਨਾਲ ਗੱਲਬਾਤ ਕਰਾਂਗਾ, ਪੂਰੀ ਸਹਾਨੁਭੂਤੀ ਭਾਵ ਹਮਦਰਦੀ ਨਾਲ ਗੱਲ ਕਰਦੇ ਹੋਏ ਉਸ ਨੂੰ ਬਹਾਦਰੀ ਤੇ ਦਲੇਰੀ ਵਾਲੀਆਂ ਉਦਾਹਰਨਾਂ ਦੇ ਕੇ ਉਸਦੇ ਮਨ ਦੀ ਗੱਲ ਦੱਸਣ ਲਈ ਕਹਾਂਗਾ ਅਤੇ ਉਸ ਦੀ ਸਮੱਸਿਆ ਦਾ ਠੀਕ ਹੱਲ ਲੱਭਣ ਦਾ ਦਿਲਾਸਾ ਵੀ ਦੇਵਾਂਗਾ। ਲੋੜ ਅਨੁਸਾਰ ਮੈਂ ਆਪਣੇ ਤੋਂ ਵੱਡਿਆਂ ਦਾ ਸਹਿਯੋਗ ਵੀ ਲਵਾਂਗਾ। ਤਾਂ ਦੋਸਤੋ ਇੱਥੇ ਤੁਸੀਂ ਹੋਰ ਵੀ ਕੋਈ ਵੀ ਜਵਾਬ ਲਿਖ ਸਕਦੇ ਹੋ ਜੋ ਤੁਹਾਨੂੰ ਉਚਿਤ ਲੱਗਦਾ ਹੋਵੇ, ਜੋ ਪਾਠ ਨੂੰ ਸਮਝਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਆਇਆ ਹੈ। ਜ਼ਰੂਰੀ ਨਹੀਂ ਕਿ ਮੇਰੇ ਵਾਲਾ ਹੀ ਜਵਾਬ ਲਿਖਣਾ ਹੈ, ਤੁਸੀਂ ਜਿੱਥੋਂ ਮਰਜ਼ੀ ਪੜ੍ਹ ਲਓ, ਤੁਹਾਡਾ ਕੋਈ ਵੀ ਪ੍ਰਸ਼ਨ ਗਲਤ ਨਹੀਂ ਜਾਏਗਾ, ਕਿਉਂਕਿ ਇਹ ਬੁੱਕ ਜਿਹੜੀ ਪੂਰੀ ਦੀ ਪੂਰੀ ਤੁਹਾਡੇ ਤੇ ਆਧਾਰਿਤ ਬੁੱਕ ਹੈ, ਤੁਹਾਡੇ ਵਿਚਾਰਾਂ ਤੇ ਆਧਾਰਿਤ ਬੁੱਕ ਹੈ। ਇਸ ਲਈ ਕਨਫਿਊਜ਼ ਨਹੀਂ ਹੋਣਾ ਕਿ ਕਿਸੇ ਗਾਈਡ ਵਿੱਚ ਕੁਝ ਲਿਖਿਆ ਹੈ ਜਾਂ ਅਧਿਆਪਕ ਨੇ ਸਾਨੂੰ ਹੋਰ ਪੜ੍ਹਾਇਆ ਹੈ। ਇਹ ਪੂਰੇ ਦਾ ਪੂਰਾ ਤੁਹਾਡੀ ਸਮਝ ਵਾਲਾ ਚੈਪਟਰ ਹੈ, ਪੂਰੀ ਦੀ ਪੂਰੀ ਬੁੱਕ ਤੁਹਾਡੀ ਸਮਝ ਵਾਲੀ ਹੈ, ਇਸ ਲਈ ਘਬਰਾਉਣਾ ਨਹੀਂ।
ਐੜਾ ਪ੍ਰਸ਼ਨ, ਤੁਸੀਂ ਬਹੁਤ ਦਿਨਾਂ ਤੋਂ ਇੱਕੋ ਜਿਹੀ ਰੂਟੀਨ ਬਣਾ ਰਹੇ ਹੋ ਜਿਸ ਕਰਕੇ ਤੁਸੀਂ ਬੋਰੀਅਤ ਮਹਿਸੂਸ ਕਰ ਰਹੇ ਹੋ। ਤੁਹਾਡਾ ਪੜ੍ਹਾਈ ਵਿੱਚ ਆਪਣੇ 100% ਨਹੀਂ ਦੇ ਪਾ ਰਹੇ। ਆਪਣੀ ਇਸ ਸਮੱਸਿਆ ਦਾ ਸਮਾਧਾਨ ਕਿਵੇਂ ਕਰੋਗੇ? ਤਾਂ ਮੈਂ ਲਿਖਿਆ ਜੀ, ਆਪਣੀ ਰੂਟੀਨ ਵਿੱਚ ਬਦਲਾਅ ਕਰਾਂਗੇ ਅਤੇ ਥੋੜ੍ਹਾ ਸਮਾਂ ਆਪਣੇ ਮਨੋਰੰਜਨ ਵਿੱਚ ਲਗਾਵਾਂਗੇ ਅਤੇ ਫਿਰ ਪੜ੍ਹਾਈ ਕਰਾਂਗੇ। ਤਾਂ ਇੱਥੇ ਇਹ ਹੋ ਸਕਦਾ ਹੈ ਕਿ ਤੁਸੀਂ 100% ਪੜ੍ਹਾਈ ਦੇਣ ਦੇ ਚੱਕਰਾਂ ਦੇ ਵਿੱਚ ਆਪਣੇ ਮਨੋਰੰਜਨ ਲਈ ਥਾਂ ਹੀ ਨਾ ਛੱਡੀ ਹੋਵੇ, ਭਾਵ ਕਿ ਤੁਸੀਂ ਪੜ੍ਹ ਕੇ ਬੋਰ ਹੋ ਜਾਂਦੇ ਹੋ। ਜੇਕਰ ਅਸੀਂ ਘੰਟਾ ਪੜ੍ਹਨ ਤੋਂ ਬਾਅਦ ਥੋੜ੍ਹਾ ਸਮੇਂ ਲਈ ਮੋਬਾਈਲ ਚਲਾ ਲਈਏ ਜਾਂ ਟੀਵੀ ਦੇਖ ਲਈਏ ਜਾਂ ਬਾਹਰ ਗਰਾਊਂਡ ਦੇ ਵਿੱਚ ਖੇਡ ਆਈਏ ਤਾਂ 10-15 ਮਿੰਟ ਦੀ ਇਸ ਕਿਰਿਆ ਤੋਂ ਬਾਅਦ ਸਾਡਾ ਦੁਬਾਰਾ ਮਨ ਪੜ੍ਹਨ ਲਈ ਕਰੇਗਾ। ਤਾਂ ਇਸ ਤਰ੍ਹਾਂ ਅਸੀਂ ਆਪਣੇ ਟਾਈਮ ਟੇਬਲ ਵਿੱਚ, ਆਪਣੀ ਰੂਟੀਨ ਦੇ ਵਿੱਚ ਬਦਲਾਅ ਕਰਕੇ ਆਪਣਾ 100% ਪੜ੍ਹਾਈ ਨੂੰ ਹਾਸਲ ਕਰਨ ਦਾ ਜਜ਼ਬਾ ਜਾਂ ਟੀਚਾ ਪੂਰਾ ਕਰ ਸਕਦੇ ਹਾਂ। ਈੜੀ, ਤੁਹਾਡੇ ਛੋਟੇ ਭਰਾ ਨੂੰ ਆਪਣੇ ਉੱਪਰ ਵਿਸ਼ਵਾਸ ਨਹੀਂ ਹੈ ਜਿਸ ਕਰਕੇ ਉਹ ਆਤਮ ਨਿਰਭਰ ਨਹੀਂ ਬਣ ਰਿਹਾ। ਉਸ ਦਾ ਆਪਣੇ 'ਤੇ ਵਿਸ਼ਵਾਸ ਜਗਾਉਣ ਲਈ ਤੁਸੀਂ ਕਿਹੜੇ ਕਦਮ ਚੁੱਕੋਗੇ? ਤਾਂ ਮੈਂ ਲਿਖਿਆ ਜੀ, ਉਸ ਨੂੰ ਮਹਾਨ ਲੋਕਾਂ ਦੀ ਜੀਵਨੀ ਸੁਣਾ ਕੇ ਅਤੇ ਉਹਨਾਂ ਦੁਆਰਾ ਕੀਤੇ ਕੰਮਾਂ ਬਾਰੇ ਦੱਸ ਕੇ ਉਸ ਦਾ ਹੌਸਲਾ ਵਧਾਉਣ ਦੀ ਕੋਸ਼ਿਸ਼ ਕਰਾਂਗੇ, ਭਾਵ ਕਿ ਉਸ ਨੂੰ ਮੋਟੀਵੇਟ ਕੀਤਾ ਜਾਵੇਗਾ। ਮੋਟੀਵੇਟ ਕਰਨ ਦੇ ਕਈ ਤਰੀਕੇ ਹੋ ਸਕਦੇ ਹਨ ਜੀ। ਮੋਟੀਵੇਸ਼ਨਲ ਸੌਂਗ ਸੁਣਾ ਕੇ, ਮੋਟੀਵੇਸ਼ਨਲ ਸਟੋਰੀ ਸੁਣਾ ਕੇ, ਮੋਟੀਵੇਸ਼ਨ ਲੋਕਾਂ ਦੀ ਜ਼ਿੰਦਗੀ ਬਾਰੇ ਦੱਸ ਕੇ, ਭਾਵ ਕਿ ਮਹਾਨ ਲੋਕਾਂ ਦੀ ਜ਼ਿੰਦਗੀ ਬਾਰੇ ਦੱਸ ਕੇ। ਨੈਕਸਟ, ਤੁਹਾਡਾ ਦੋਸਤ ਆਪਣਾ ਸਾਰਾ ਸਮਾਂ ਟੀਵੀ ਅਤੇ ਫੋਨ 'ਤੇ ਬਿਤਾਉਂਦਾ ਹੈ, ਪੜ੍ਹਾਈ ਵੱਲ ਜਰਾ ਕੁ ਵੀ ਧਿਆਨ ਨਹੀਂ ਦਿੰਦਾ, ਵੱਡਿਆਂ ਪ੍ਰਤੀ ਉਸ ਦਾ ਰਵੱਈਆ ਵੀ ਚੰਗਾ ਨਹੀਂ ਹੈ। ਉਸ ਦੀ ਮਨੋਦਸ਼ਾ ਬਦਲਣ ਲਈ ਤੁਸੀਂ ਪ੍ਰੇਰਣਾ ਸਰੋਤ ਕਿਵੇਂ ਬਣ ਸਕਦੇ ਹੋ? ਤਾਂ ਮੈਂ ਲਿਖਿਆ ਜੀ, ਉਸ ਨੂੰ ਸਮਾਂ ਸਾਰਣੀ ਬਣਾ ਕੇ ਟੀਵੀ ਅਤੇ ਫੋਨ ਦੇ ਨਾਲ ਪੜ੍ਹਾਈ ਕਰਨ ਲਈ ਵੀ ਸਮਝਾਵਾਂਗਾ ਅਤੇ ਸਮਝਾਉਣ ਲਈ ਉਸ ਨੂੰ ਨੈਤਿਕ ਸਿੱਖਿਆ ਵੀ ਦੱਸਾਂਗਾ, ਭਾਵ ਕਿ ਉਸ ਨੂੰ ਚੰਗੀਆਂ ਆਦਤਾਂ ਬਾਰੇ ਵੀ ਦੱਸਾਂਗਾ। ਲੋੜ ਅਨੁਸਾਰ ਅਧਿਆਪਕਾਂ ਅਤੇ ਬਾਕੀ ਦੋਸਤਾਂ ਦੀ ਮਦਦ ਵੀ ਲਵਾਂਗਾ, ਭਾਵ ਕਿ ਹੋ ਸਕਦਾ ਹੈ ਮੇਰੇ ਇਕੱਲੇ ਦੀ ਗੱਲ ਨੂੰ ਨਾ ਸਮਝੇ ਅਤੇ ਉਸ ਨੂੰ ਮਜ਼ਾਕ ਵਿੱਚ ਲੈ ਲਵੇ। ਇਸ ਲਈ ਮੈਂ ਉਸਦੇ ਮਾਤਾ ਪਿਤਾ, ਅਧਿਆਪਕ ਜਾਂ ਦੋਸਤ ਜਾਂ ਜਿਸ ਦੀ ਵੀ ਉਹ ਗੱਲ ਮੰਨਦਾ ਹੋਏਗਾ ਉਸ ਦਾ ਸਹਿਯੋਗ ਲੈ ਕੇ ਉਸ ਨੂੰ ਮੋਟੀਵੇਟ ਕਰਨ ਲਈ ਦੀ ਕੋਸ਼ਿਸ਼ ਕਰਾਂਗਾ ਅਤੇ ਉਸ ਨੂੰ ਸਮਝਾਵਾਂਗਾ। ਨੈਕਸਟ, ਤੁਹਾਡੇ ਮਾਤਾ ਪਿਤਾ ਹਮੇਸ਼ਾ ਤੁਹਾਡੀ ਤੁਲਨਾ ਹੋਰਾਂ ਬੱਚਿਆਂ ਨਾਲ ਕਰਦੇ ਰਹਿੰਦੇ ਹਨ। ਇਹ ਗੱਲ ਤੁਹਾਨੂੰ ਚੰਗੀ ਨਹੀਂ ਲੱਗਦੀ। ਤੁਸੀਂ ਆਪਣੀ ਇਸ ਸਮੱਸਿਆ ਦਾ ਸਮਾਧਾਨ ਕਰਨ ਲਈ ਆਪਣੇ ਮਾਤਾ ਪਿਤਾ ਨਾਲ ਬੈਠ ਕੇ ਇਸ ਵਿਸ਼ੇ 'ਤੇ ਗੱਲ ਕਰਨਾ ਚਾਹੁੰਦੇ ਹੋ। ਆਪਣੀ ਆਵਾਜ਼ ਵਿੱਚ ਨਰਮੀ ਰੱਖ ਕੇ ਤੁਸੀਂ ਕੀ ਦਲੀਲ ਦੋਗੇ? ਤਾਂ ਜੀ ਮੈਂ ਇੱਥੇ ਕਹਾਂਗਾ ਜੀ, ਹਰੇਕ ਇਨਸਾਨ ਵਿੱਚ ਆਪਣੀ ਸਮਰੱਥਾ ਅਤੇ ਆਪਣੀ ਰੁਚੀ ਹੁੰਦੀ ਹੈ, ਇਸ ਲਈ ਹਰੇਕ ਨੂੰ ਆਪਣੀ ਸਮਰੱਥਾ ਅਨੁਸਾਰ ਹੀ ਕਾਰਜ ਕਰਨੇ ਚਾਹੀਦੇ ਹਨ। ਇਹ ਗੱਲ ਮੈਂ ਆਪਣੇ ਮਾਤਾ ਪਿਤਾ ਨੂੰ ਸਮਝਾਵਾਂਗਾ। ਮੈਂ ਇੱਥੇ ਇਹ ਵੀ ਉਦਾਹਰਨ ਦੇ ਸਕਦਾ ਹਾਂ ਕਿ ਜੇਕਰ ਸਚਿਨ ਤੰਦੂਲਕਰ ਨੂੰ ਗਾਇਕ ਬਣਨ ਲਈ ਕਿਹਾ ਜਾਂਦਾ ਤਾਂ ਉਹ ਕਦੇ ਗਾਇਕ ਨਾ ਬਣ ਸਕਦਾ, ਅਤੇ ਜੇਕਰ ਲਤਾ ਮੰਗੇਸ਼ਕਰ ਨੂੰ ਪਲੇਅਰ ਬਣਨ ਲਈ ਕਿਹਾ ਜਾਂਦਾ ਤਾਂ ਉਹ ਕਦੇ ਪਲੇਅਰ ਨਹੀਂ ਬਣ ਸਕਦੀ, ਕਿਉਂਕਿ ਹਰੇਕ ਬੰਦੇ ਦੀ ਆਪਣੀ ਸਮਰੱਥਾ ਹੈ। ਜਿਸ ਵਿੱਚ ਗਾਉਣ ਦੀ ਸਮਰੱਥਾ ਹੈ ਉਹ ਗੀਤ ਗਾਏਗਾ, ਜਿਸ ਵਿੱਚ ਖੇਡਣ ਦੀ ਸਮਰੱਥਾ ਹੈ ਉਹ ਖੇਡੇਗਾ। ਨੈਕਸਟ, ਤੁਹਾਡੇ ਇੱਕ ਸਹਿਪਾਠੀ ਹਰ ਰੋਜ਼ ਸਕੂਲ ਦੇਰੀ ਨਾਲ ਆਉਂਦਾ ਹੈ, ਇਸ ਕਰਕੇ ਉਸ ਨੂੰ ਰੋਜ਼ ਅਧਿਆਪਕ ਕੋਲੋਂ ਝਿੜਕਾਂ ਪੈਂਦੀਆਂ ਹਨ। ਉਸ ਨੂੰ ਇੰਝ ਲੱਗਦਾ ਹੈ ਕਿ ਉਸ ਦੀ ਪਹਿਚਾਣ ਗੁੰਮ ਹੋ ਗਈ ਹੈ। ਤੁਹਾਨੂੰ ਉਸ ਦੀ ਮਜਬੂਰੀ ਦਾ ਪਤਾ ਹੈ। ਉਸ ਦੀ ਇਸ ਮੁਸ਼ਕਲ ਦਾ ਕੀ ਕਰੋਗੇ, ਭਾਵ ਕਿ ਤੁਸੀਂ ਉਸ ਦੀ ਸਮੱਸਿਆ ਦਾ ਕੀ ਹੱਲ ਲੱਭੋਗੇ? ਤਾਂ ਜੀ ਮੈਂ ਉਸ ਨੂੰ ਸਮਝਾਵਾਂਗਾ ਕਿ ਉਹ ਨਿੱਜੀ ਤੌਰ 'ਤੇ ਅਧਿਆਪਕ ਨੂੰ ਮਿਲ ਕੇ ਆਪਣੀ ਸਮੱਸਿਆ ਦੱਸੇ ਅਤੇ ਆਪਣੀ ਮਜਬੂਰੀ ਲਈ ਕੋਈ ਹੱਲ ਲੱਭਣ ਲਈ ਸਲਾਹ ਮੰਗੇ, ਭਾਵ ਕਿ ਉਹ ਅਧਿਆਪਕ ਦੇ ਅੱਗੇ ਆਪਣੀ ਸਮੱਸਿਆ ਰੱਖ ਦੇਵੇ ਤਾਂ ਅਧਿਆਪਕ ਹੀ ਉਸ ਦੀ ਸਮੱਸਿਆ ਦਾ ਹੱਲ ਲੱਭੇਗਾ ਅਤੇ ਦੁਬਾਰਾ ਉਸ ਨੂੰ ਜਮਾਤ ਦੇ ਵਿੱਚੋਂ ਕਦੇ ਵੀ ਝਿੜਕੇਗਾ ਨਹੀਂ, ਜਿਸ ਨਾਲ ਉਸ ਦਾ ਆਤਮ ਵਿਸ਼ਵਾਸ ਵੀ ਵਾਪਸ ਆ ਜਾਵੇਗਾ ਅਤੇ ਉਸ ਦੀ ਸਮੱਸਿਆ ਦਾ ਹੱਲ ਵੀ ਹੋ ਜਾਵੇਗਾ। ਪਿਆਰੇ ਬੱਚਿਓ, ਕੋਈ ਵੀ ਸਮੱਸਿਆ ਅਜਿਹੀ ਨਹੀਂ ਹੁੰਦੀ ਜਿਸ ਦਾ ਸਮਾਧਾਨ ਨਾ ਹੋਵੇ। ਜਿਵੇਂ ਬਿਨਾਂ ਚਾਬੀ ਕੋਈ ਤਾਲਾ ਨਹੀਂ ਹੋ ਸਕਦਾ। ਜੇ ਤੁਸੀਂ ਆਪਣਾ ਧਿਆਨ ਸਮੱਸਿਆ ਵੱਲ ਦੇਵੋਗੇ ਤਾਂ ਸਮੱਸਿਆ ਲੱਭਣਗੀਆਂ, ਪਰ ਜੇ ਤੁਸੀਂ ਆਪਣਾ ਧਿਆਨ ਹੱਲ ਵੱਲ ਲਗਾਓਗੇ ਤਾਂ ਹੱਲ ਲੱਭਣਗੇ। ਇਹ ਤੁਹਾਡੀ ਮਰਜ਼ੀ ਹੈ ਕਿ ਤੁਹਾਨੂੰ ਕੀ ਚਾਹੀਦਾ ਹੈ। ਨੈਕਸਟ ਹੈ ਜੀ, ਸਮੱਸਿਆ ਜਾਂ ਸਮਾਧਾਨ। ਭਾਗ ਊੜਾ, ਉਹਨਾਂ 3 ਤਰਕੀਬਾਂ ਦੀ ਇੱਕ ਸੂਚੀ ਬਣਾਓ ਜੋ ਤੁਸੀਂ ਕਿਸੇ ਸਮੱਸਿਆ ਦਾ ਹੱਲ ਲੱਭਣ ਲਈ ਕਰੋਗੇ, ਭਾਵ ਕਿ ਤੁਹਾਡੇ ਕੋਲ ਕਿਹੜੀ ਟੈਕਨੀਕਸ ਹਨ। ਮੈਂ ਲਿਖਿਆ ਜੀ, ਨੰਬਰ 1, ਸਭ ਤੋਂ ਪਹਿਲਾਂ ਸਮੱਸਿਆ ਕੀ ਹੈ ਪਤਾ ਲਗਾਓ। ਨੰਬਰ 2, ਸਮੱਸਿਆ ਦਾ ਕਾਰਨ ਲੱਭੋ। ਨੰਬਰ 3, ਆਪਣੇ ਅਧਿਆਪਕ, ਮਾਤਾ ਪਿਤਾ ਜਾਂ ਵੱਡਿਆਂ ਦੇ ਸਹਿਯੋਗ ਨਾਲ ਹੱਲ ਕਰੋ। ਤਾਂ ਦੋਸਤੋ, ਇੱਥੇ ਅਗਰ ਤੁਹਾਡੇ ਕੋਲ ਕੋਈ ਹੋਰ ਤਰਕੀਬ ਹੈ ਤਾਂ ਉਹ ਵੀ ਲਿਖ ਸਕਦੇ ਹੋ। ਨੰਬਰ ਐੜਾ, ਕੋਈ 2 ਅਨੈਤਿਕ ਕੰਮਾਂ ਦੀ ਸੂਚੀ ਬਣਾਓ ਜੋ ਤੁਸੀਂ ਕਦੇ ਨਹੀਂ ਕਰੋਗੇ, ਭਾਵ ਕਿ ਮਾੜੇ ਕੰਮ। ਨੰਬਰ 1, ਆਪਣੇ ਤੋਂ ਵੱਡਿਆਂ ਦਾ ਨਿਰਾਦਰ ਕਰਨਾ। ਨੰਬਰ 2, ਲੜਾਈ ਝਗੜਾ ਕਰਨਾ। ਨੰਬਰ 3, ਨਸ਼ੇ ਦਾ ਪ੍ਰਯੋਗ ਕਰਨਾ। ਮੈਂ ਇਹ 3 ਮਾੜੇ ਕੰਮ ਕਦੇ ਨਹੀਂ ਕਰਾਂਗਾ। ਇਹ ਤਾਂ ਤੁਸੀਂ ਆਪਣੇ ਮੁਤਾਬਕ ਹੋਰ ਵੀ ਕੋਈ ਵੀ ਕੰਮ ਭਰ ਸਕਦੇ ਹੋ। ਤਾਂ ਦੋਸਤੋ, ਆਪਣੀ ਟੈਨਸ਼ਨ ਦੂਰ ਕਰੋ। ਸਵਾਗਤ ਜ਼ਿੰਦਗੀ ਇੱਕ ਬੜਾ ਆਸਾਨ ਸਬਜੈਕਟ ਹੈ। ਇਹ ਤੁਹਾਡੇ ਮੁਤਾਬਕ ਲਿਖਿਆ ਤੇ ਪੜ੍ਹਿਆ ਜਾਣ ਵਾਲਾ ਸਬਜੈਕਟ ਹੈ, ਇਸ ਲਈ ਪੇਪਰਾਂ ਦੀ ਪਰਵਾਹ ਨਾ ਮੰਨੋ। ਪੇਪਰ ਬੜਾ ਆਸਾਨ ਆਵੇਗਾ। ਇਹ ਤੁਹਾਡੀ ਸਮਝ 'ਤੇ ਨਿਰਭਰ ਹੋਵੇਗਾ, ਭਾਵ ਕਿ ਤੁਸੀਂ ਇਹ ਚਿੰਤਾ ਨਹੀਂ ਕਰਨੀ ਕਿ ਟੈਸਟ ਪੇਪਰ ਵਿੱਚ ਹੋਰ ਜਵਾਬ ਹੈ, ਟੀਚਰ ਨੇ ਹੋਰ ਜਵਾਬ ਕਰਵਾਇਆ ਹੈ, YouTube ਤੋਂ ਕੋਈ ਹੋਰ ਜਵਾਬ ਮਿਲਿਆ ਹੈ। ਇਸ ਦੇ ਸਾਰੇ ਜਵਾਬ ਸਹੀ ਹਨ। ਤੁਸੀਂ ਆਪਣੀ ਸਮਝ ਨਾਲ ਕੋਈ ਵੀ ਜਵਾਬ ਲਿਖ ਸਕਦੇ ਹੋ। ਤਾਂ ਦੋਸਤੋ, ਮੈਨੂੰ ਉਮੀਦ ਹੈ ਤੁਸੀਂ ਸਾਰੀ ਵੀਡੀਓ ਵਿੱਚ ਪਾਠ ਨੂੰ ਚੰਗੀ ਤਰ੍ਹਾਂ ਸੁਣਿਆ ਤੇ ਸਮਝਿਆ ਹੋਵੇਗਾ। ਹੋਰ ਵੀਡੀਓਜ਼ ਪ੍ਰਾਪਤ ਕਰਨ ਲਈ ਮੇਰੇ ਚੈਨਲ ਪਾਲ ਸਟੱਡੀ ਪੁਆਇੰਟ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਧੰਨਵਾਦ।